ਗੁਰ ਗੋਬਿੰਦ ਗੋਪਾਲ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਦਾਹਰਣ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿਨੀ ਭਗਤ ਪ੍ਰੇਮ ਲਿਵ ਲਾਈ। ਤਾਂਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰ ਅਮਰਦਾਸ ਕੀ ਆਕਥ ਕਥਾ ਹੈ। ਇਕ ਜਿਹੀ ਕਛ ਕਹੀ ਨ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਤਿੰਨਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਆਪ ਸੰਗਤ ਨੂੰ ਤੁਰਕੀ ਬਾਣੀ ਦਾ ਫੁਰਮਾਨ ਬੜੀ ਸਹਿਜਤਾ ਦੇ ਨਾਲ ਸਰਵਣ ਕਰਵਾਇਆ ਹੈ। ਆਓ ਇਸ ਅਗੰਮੀ ਫੁਰਮਾਨ ਦੀ ਵਿਆਖਿਆ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਉ ਖੜੀ ਨਿਹਾਲੀ ਪੰਦ ਮਤ ਮੂ ਸੱਜਣ ਆਵੇ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਪਣੀ ਪਾਵਨ ਬਾਣੀ ਵਿੱਚ ਮਨੁੱਖਤਾ ਦੇ ਭਲੇ ਹਿੱਤੇ ਫੁਰਮਾਨ ਕਰਦੇ ਨੇ। ਜਗਿਆਸੂ ਦੇ ਅੰਦਰ ਦੀ ਅਵਸਥਾ ਬਿਆਨ ਕੀਤੀ ਹੈ ਵੀ ਕਿਤਨੀ ਤੀਬਰ ਇੱਛਾ ਹੈ ਪਤੀ ਪਰਮੇਸ਼ਰ ਨੂੰ ਮਿਲਣ ਦੀ ਜੋ ਉਸ ਦੇ ਅੰਦਰ ਹੈ। ਮਹਾਰਾਜ ਦਾ ਇਹ ਫੁਰਮਾਨ 1421 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਦੀਨ ਦੁਨੀਆ ਦੇ ਮਾਲਕ ਇੱਥੇ ਜਗਿਆਸੂ ਦੀ ਅਵਸਥਾ ਬਿਆਨ ਕਰਦੇ ਹੋਏ ਦੱਸਦੇ ਨੇ। ਇੱਕ ਜਗਿਆਸੂ ਜਿਹੜਾ ਹੈ ਉਹ ਜੀਵਨ ਕਾਲ ਤਾਂਘ ਵਿੱਚ ਰਹਿੰਦਾ ਹੈ ਵੀ ਕਦੋਂ ਕੋਈ ਸੱਜਣ ਸੰਤ ਮਿਲੇ ਜੋ ਪੂਰਨ ਸਤਿਗੁਰੂ ਨਾਲ ਮਿਲਾ ਦਵੇ।
ਕਦੋਂ ਉਹ ਪੂਰਨ ਸਤਿਗੁਰੂ ਮਿਲੇ ਜੋ ਸਾਨੂੰ ਪਰਮੇਸ਼ਵਰ ਦੇ ਨਾਲ ਮਿਲਾ ਦਵੇ। ਨਿਹਾਲੀ ਦਾ ਭਾਵ ਹੈ ਤੱਕਣਾ, ਨੈਣਾ ਦੇ ਨਾਲ ਨਿਹਾਰਨਾ। ਪੰਧ ਰਸਤੇ ਨੂੰ ਕਹਿੰਦੇ ਨੇ, ਮਾਰਗ ਨੂੰ ਕਹਿੰਦੇ ਨੇ। ਸੱਜਣ ਲਫ਼ਜ਼ ਆਉਂਦਾ ਹੈ ਜੋ ਸ਼ਿੰਗਾਰ ਦੇ ਸਹਿਤ ਹੋਵੇ, ਪ੍ਰੇਮ ਨਿਭਾਉਣ ਵਾਲਾ ਹੋਵੇ, ਭਲਾ ਆਦਮੀ, ਨੇਕ ਆਦਮੀ, ਸੱਜਣ ਸੰਤ। ਬਾਣੀ ਵਿੱਚ ਇੱਕ ਜਗ੍ਹਾ ਆਉਂਦਾ ਹੈ, ਨੈਣ ਨਿਹਾਲੀ ਤਿਸ ਪੁਰਖ ਦਇਆਲੈ। ਮੈਂ ਸਦਾ ਹੀ ਪੂਰਨ ਪੁਰਸ਼ ਦੀ ਪ੍ਰਾਪਤੀ ਦੇ ਲਈ ਉਡੀਕਦੀ ਰਹਿੰਦੀ ਹਾਂ। ਇੱਕ ਜਗਿਆਸੂ ਰੂਪ ਇਸਤਰੀ ਸਦਾ ਹੀ ਆਪਣੀਆਂ ਅੱਖਾਂ ਨਾਲ ਪਤੀ ਪਰਮੇਸ਼ਰ ਨੂੰ ਤੱਕਣ ਲਈ ਉਤਾਵਲੀ ਰਹਿੰਦੀ ਹੈ। ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ, ਤੂੰ ਚੌ ਸੱਜਣ ਮੈਂਡਿਆ ਡੇਈ ਸਿਸ ਉਤਾਰ। हे ਪ੍ਰਮਾਤਮਾ, ਤੇਰੇ ਦੀਦਾਰਿਆਂ ਦੇ ਲਈ ਮੇਰੇ ਨੈਣ ਤਰਸਦੇ ਰਹਿੰਦੇ ਨੇ ਵੀ ਕਦੋਂ ਤੇਰਾ ਦਰਸ਼ਨ ਹੋਵੇ। ਜੇ ਤੂੰ ਆਖੇ ਇਹਦੇ ਬਦਲੇ ਮੈਂ ਆਪਣਾ ਸਿਰ ਵੀ ਉਤਾਰ ਦੇਵਾਂ, ਸਭ ਕੁਝ ਵਾਰ ਦਵਾਂ, ਤੂੰ ਮੈਨੂੰ ਦਰਸ਼ਨ ਦੇਣੇ ਕਰ। ਅੱਗੇ ਗੁਰੂ ਰਾਮਦਾਸ ਪਾਤਸ਼ਾਹ ਬਚਨ ਕਰਦੇ ਨੇ, ਕੋ ਆਣ ਮਿਲਾਵੇ ਆਜੋ, ਮੈਂ ਪਿਰੋ ਮੇਲੋ ਮਿਲਾਵੇ। ਮੈਨੂੰ ਇਸੇ ਪਲ ਅੱਜ ਕੋਈ ਮਹਾਂਪੁਰਸ਼ ਸਤਿਗੁਰਾਂ ਦੇ ਨਾਲ ਮਿਲਾ ਦਵੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਮੇਰੇ ਪਿਰ ਦੇ ਨਾਲ, ਅਕਾਲ ਪੁਰਖ ਦੇ ਨਾਲ ਮਿਲਾ ਦੇਣ। ਐਸੀ ਇੱਛਾ ਜਗਿਆਸੂ ਦੇ ਅੰਦਰ ਰਹਿੰਦੀ ਹੈ। ਪਿਰ ਤੋਂ ਭਾਵ ਹੈ ਜੋ ਬੜਾ ਪ੍ਰਿਯ ਹੈ, ਸਿਰ ਦਾ ਸਾਈਂ ਹੈ, ਸ੍ਰਿਸ਼ਟੀ ਦਾ ਮਾਲਕ ਹੈ, ਪਰਮੇਸ਼ਵਰ ਹੈ। ਵਿਛੋੜਾ ਕਿਸ ਲਈ ਹੈ ਪ੍ਰਮਾਤਮਾ ਤੋਂ? ਕਹਿੰਦੇ ਪੰਚ ਦੂਤ ਮਿਲ ਪਿਰਹੋ ਵਿਛੋੜੀ, ਭਰਮ ਭਰਮ ਰੋਵੈ ਹਾਥ ਪਛੋੜੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਪੰਜ ਦੂਤ ਨੇ, ਇਹਨਾਂ ਨੇ ਪਤੀ ਪਰਮੇਸ਼ਰ ਤੋਂ ਸਾਡਾ ਵਿਛੋੜਾ ਪਾਇਆ ਹੋਇਆ ਹੈ। ਕਿਉਂਕਿ ਵਿਕਾਰਾਂ ਕਰਕੇ ਸਾਡੇ ਵਿੱਚ ਮੈਲ ਹੈ। ਪਤੀ ਪਰਮੇਸ਼ਰ ਨਿਰਮਲ ਬੜਾ ਹੈ। ਜਿੰਨਾ ਚਿਰ ਨਿਰਮਲਤਾ ਨਹੀਂ ਆਉਂਦੀ, ਉਹਨਾਂ ਚਿਰ ਅਸੀਂ ਉਹਦੇ ਨਾਲ ਇਕਮਿਕ ਨਹੀਂ ਹੋ ਸਕਦੇ। ਸੋ ਇਸ ਵਿਛੋੜੇ ਵਿੱਚ ਜਗਿਆਸੂ ਰੂਪ ਇਸਤਰੀ ਵਿਰਲਾਪ ਕਰਦੀ ਹੈ, ਜਿਵੇਂ ਪ੍ਰਤੱਖ ਕੋਈ ਮਾਈ ਆਪਣੇ ਖਸਮ ਤੋਂ ਵਿਛੜ ਕੇ ਰੋਂਦੀ ਹੈ। ਔਰ ਉਹਦੇ ਲਈ ਇੱਕ ਇੱਕ ਪਲ ਲੰਘਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਮਨ ਨਾ ਰਹੈ ਕੈਸੇ ਮਿਲੋ ਪਿਆਰੇ। ਇੱਕ ਘੜੀ ਲੰਘਾਉਣੀ ਵੀ ਕਈਆਂ ਦਿਨਾਂ ਵਰਗੀ ਲੱਗਦੀ ਹੈ। ਯਾਦ ਰੱਖਿਓ, ਦੁੱਖ ਵਿੱਚ ਸਮਾਂ ਲੰਬੇਰਾ ਹੋ ਜਾਂਦਾ ਹੈ, ਸੁੱਖ ਵਿੱਚ ਝੱਟ ਸਮਾਂ ਲੰਘ ਜਾਂਦਾ ਹੈ। ਉਹ ਘਰ ਵਿੱਚ ਵਿਆਹ ਹੋਵੇ ਤੇ ਝੱਟ ਦਿਨ ਲੰਘ ਜਾਂਦਾ ਹੈ। ਖੁਸ਼ੀ ਖੇੜੇ ਜਦੋਂ ਹੁੰਦੇ ਨੇ, ਸਮਾਂ ਨਿਮਖ ਭਰ ਵਿੱਚ ਬਤੀਤ ਹੋ ਜਾਂਦਾ ਹੈ। ਘਰ ਵਿੱਚ ਮਰਗ ਹੋਈ ਹੋਵੇ, ਮੌਤ ਹੋਈ ਹੋਵੇ, ਸਾਲਾਂ ਬੱਧਾ ਦਿਨ ਜਾਪਦਾ ਹੈ। ਸੋ ਪ੍ਰਮਾਤਮਾ ਤੋਂ ਜਿਹੜਾ ਵਿਛੋੜਾ ਹੈ, ਕਹਿੰਦੇ ਉਹ ਸਮਾਂ ਵਿਛੜ ਕੇ ਗੁਜ਼ਾਰਨਾ ਬੜਾ ਮੁਸ਼ਕਿਲ ਜਾਪਦਾ ਹੈ। ਚਾਰ ਪਹਿਰ ਚੌਹੋ ਜੁਗ ਹੈ ਸਮਾਨੇ, ਰੈਣ ਭਈ ਤਬ ਅੰਤ ਨਾ ਜਾਣੇ।
8 ਪਹਿਰ ਹੁੰਦੇ ਨੇ 24 ਘੰਟਿਆਂ ਵਿੱਚ, ਤੇ ਜਿਹੜੇ 4 ਪਹਿਰ ਦਿਨ ਦੇ ਨੇ 12 ਘੰਟੇ, ਕਹਿੰਦੇ ਇਹ 4 ਪਹਿਰ ਵਿਛੋੜੇ ਵਿੱਚ 4 ਯੁੱਗਾਂ ਵਰਗੇ ਪ੍ਰਤੀਤ ਹੁੰਦੇ ਨੇ। 4 ਯੁੱਗਾਂ ਵਰਗੇ ਇਹ 4 ਪਹਿਰ ਸਾਨੂੰ ਜਾਪਦੇ ਨੇ। ਜਦੋਂ ਫਿਰ ਰਾਤ ਆਉਂਦੀ ਹੈ ਉਹ ਲੰਘਾਉਣੀ ਬੜੀ ਮੁਸ਼ਕਲ ਜਾਪਦੀ ਹੈ। ਰਾਤ ਦਾ ਦੁੱਖ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਜਿਵੇਂ ਬਾਣੀ 'ਚ ਬਾਹਰ ਮੁਖੀ ਉਦਾਹਰਣ ਆਉਂਦੀ ਹੈ ਨਾ, ਜਿਨ ਕੇ ਬੰਕੇ ਘਰੀ ਨਾ ਆਇਆ ਤਿਨ ਕਿਉਂ ਰਹਿਣ ਵਿਹਾਣੀ, ਜਿਨ੍ਹਾਂ ਦਾ ਪਤੀ ਪਰਮੇਸ਼ਰ ਘਰ ਨਾ ਮੁੜੇ ਮਾਈਆਂ ਦੀ ਰਾਤ ਨਹੀਂ ਲੰਘਦੀ। ਸੋ ਏਦਾਂ ਇਹ ਅਵਸਥਾ ਰੂਪੀ ਰਾਤ, ਇਹ ਜਿਹੜਾ ਜੀਵਨ ਹੈ, ਜੇ ਪਤੀ ਪਰਮੇਸ਼ਰ ਨਾ ਬੌੜਿਆ ਨਾ ਮਿਲਿਆ, ਇਹ ਬੜਾ ਦੁੱਖਾਂ ਸਹਿਤ ਬਤੀਤ ਹੋਵੇਗਾ। ਇੱਕ ਪਲ ਦਿਨ ਸੋ ਮੋਕੋ ਕਬਹੂ ਨਾ ਬਿਹਾਵੈ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰਹਿ ਮਿਲਾਵੈ। ਕਹਿੰਦੇ ਬੜੀ ਪਿਆਸ ਹੈ ਮੇਰੇ ਅੰਦਰ ਦਰਸ਼ਨਾਂ ਦੀ, ਕੋਈ ਮਹਾਂਪੁਰਸ਼ ਪਤੀ ਪਰਮੇਸ਼ਰ ਨਾਲ ਮਿਲਾ ਦਵੇ। ਜਿਵੇਂ ਇੱਕ ਪਿਆਸਾ ਕੂਏ ਨੂੰ ਲੱਭਦਾ ਹੈ, ਇਉਂ ਜਗਿਆਸੂ ਮਹਾਂਪੁਰਸ਼ਾਂ ਦੀ ਖੋਜ ਕਰਦੇ ਨੇ, ਜੋ ਪਰਮਾਤਮਾ ਦੇ ਦਿਦਾਰੇ ਕਰਵਾ ਕੇ ਉਹਨਾਂ ਦੀ ਪਿਆਸ ਮਿਟਾ ਦੇਣ। ਇੱਕ ਜਗ੍ਹਾ ਹੋਰ ਮਹਾਰਾਜ ਕਹਿੰਦੇ ਨੇ, ਮੇਰਾ ਮਨ ਤਨ ਭੁੱਖ ਅਤ ਅਗਲੀ, ਕੋਈ ਆਣ ਮਿਲਾਵੈ ਮਾਏ, ਚਾਰੇ ਕੁੰਡਾਂ ਭਾਲੀਆਂ ਸਹਿ ਬਿਨ ਅਵਰ ਨਾ ਜਾਏ। ਪਰਮਾਤਮਾ ਤੋਂ ਬਿਨਾ ਟਿਕਾ ਨਹੀਂ ਮਿਲਦਾ। ਮੈਨੂੰ ਕੋਈ ਮਹਾਤਮਾ ਪਤੀ ਪਰਮੇਸ਼ਰ ਨਾਲ ਮਿਲਾ ਦਵੇ। ਮੇਰੇ ਅੰਦਰ ਇੰਨੀ ਤਪਸ਼ ਹੈ ਦਰਸ਼ਨਾਂ ਦੀ, ਇੰਨੀ ਭੁੱਖ ਹੈ ਜਿੰਨੀ ਕਿਸੇ ਭੁੱਖੇ ਭਾਣੇ ਅੰਦਰ ਭੋਜਨ ਦੀ ਤਪਸ਼ ਹੈ, ਖਿੱਚ ਹੈ। ਪਿਆਸੇ ਦੇ ਅੰਦਰ ਜਲ ਦੀ ਤਪਸ਼ ਹੈ, ਜਲ ਦੀ ਇੱਛਾ ਹੈ। ਐਸੀ ਪਿਆਸ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਦੀ ਹੈ। ਅੱਗੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਹਉ ਜੀਓ ਕਰੀ ਤਿਸ ਵਿਟੋ ਚੌਖਨੀਐ, ਜੋ ਮੈਂ ਪਿਰੀ ਦਿਖਾਵੇ। ਜੀਓ ਸਨਮਾਨ ਬੋਧਕ ਸ਼ਬਦ ਵੀ ਹੈ, ਜਦੋਂ ਸਤਿਕਾਰ ਨਾਲ ਕਿਸੇ ਨੂੰ ਬੁਲਾ ਦਿੰਨੇ ਆ। ਜੋ ਮੈਨੂੰ ਪਰਮਾਤਮਾ ਨਾਲ ਮਿਲਾ ਦਵੇ, ਮੈਂ ਉਹਦਾ ਸਾਰਾ ਜੀਵਨ ਅਦਬ ਕਰਾਂਗਾ। ਜੀਓ ਦਾ ਮਤਲਬ ਜੀਵ ਆਤਮਾ ਵੀ ਹੈ। ਮੈਂ ਆਪਣੀ ਆਤਮਾ, ਆਪਣਾ ਮਨ ਉਹਨੂੰ ਅਰਪਿਤ ਕਰ ਦਵਾਂਗਾ। ਜੀਓ ਦਾ ਭਾਵ ਜ਼ਿੰਦਗੀ ਵੀ ਹੈ, ਮੈਂ ਜੀਵਨ ਉਸ ਤੋਂ ਵਾਰ ਦਵਾਂਗਾ। ਜੀਓ ਦਾ ਮਤਲਬ ਇਹ ਮਨੁੱਖਾ ਜਾਮਾ ਵੀ ਹੈ, ਮੈਂ ਉਸ ਤੋਂ ਕੁਰਬਾਨ ਕਰ ਦਵਾਂਗਾ। ਅੱਗੇ ਲਫ਼ਜ਼ ਹੈ ਚੌਖਨੀਐ। ਚੌ ਦਾ ਮਤਲਬ ਹੈ 4, ਖਨੀਏ ਦਾ ਭਾਵ ਹੁੰਦਾ ਹੈ ਚੀਰ ਦੇਣਾ, ਟੁਕੜੇ ਕਰ ਦੇਣੇ। ਆਪਣੇ ਸਰੀਰ ਨੂੰ ਟੁਕੜੇ ਟੁਕੜੇ ਕਰ ਦਵਾਂ, ਉਹਦੇ ਤੋਂ ਵਾਰ ਦਵਾਂ। ਜਿਹੜਾ ਮੈਨੂੰ ਪਿਰੀ ਦਿਖਾ ਦਵੇ, ਪਰਮੇਸ਼ਵਰ ਦੇ ਦਿਦਾਰੇ ਕਰਵਾ ਦਵੇ। ਹੁਣ ਪੁੱਛੋ ਜਗਿਆਸੂ ਨੂੰ ਵੀ ਇਹ ਪਰਮਾਤਮਾ ਦੇ ਦਰਸ਼ਨਾਂ ਦਾ ਕਿਉਂ ਇੰਨਾ ਤੈਨੂੰ ਚਸਕਾ ਹੈ, ਕਿਉਂ ਸਭ ਕੁਝ ਵਾਰਨ ਲਈ ਉਤਾਵਲਾ ਹੈ। ਬਾਣੀ ਵਿੱਚ ਆਉਂਦਾ ਹੈ, ਤੁਲਾ ਧਾਰ ਤੋਲੇ ਸੁਖ ਸਗਲੇ, ਬਿਨ ਹਰ ਦਰਸ ਸਭੋ ਹੀ ਥੋਰਾ। ਦੁਨੀਆ ਦੇ ਸਾਰੇ ਸੁਖ ਤੱਕੜੀ ਵਿੱਚ ਇੱਕ ਪਾਸੇ ਤੇ ਪਰਮਾਤਮਾ ਦੇ ਦਰਸ਼ਨ ਇੱਕ ਪਾਸੇ। ਕਹਿੰਦੇ ਸੰਸਾਰ ਰੰਚਕ ਮਾਤਰ ਵੀ ਰੁਤਬਾ ਨਹੀਂ ਰੱਖਦਾ ਪਰਮਾਤਮਾ ਦੇ ਦਰਸ਼ਨਾਂ ਦੇ ਤੁੱਲ। ਜੈਸਾ ਸੁਖ ਪਰਮਾਤਮਾ ਦੇ ਦਰਸ਼ਨਾਂ ਦਾ ਹੈ, ਉਹ ਸੰਸਾਰ ਵਿੱਚ ਰਸ ਨਹੀਂ ਹੈ। ਸੇਵਾ ਕਰੋ ਦਾਸ ਦਾਸਨ ਕੀ, ਅਨਕ ਭਾਂਤ ਤਿਸ ਕਰੋ ਨਿਹੋਰਾ। ਮੈਂ ਪਰਮਾਤਮਾ ਤੇਰੇ ਸਤਿਗੁਰੂ, ਸਤਿਗੁਰਾਂ ਦੇ ਸੰਤ, ਸੰਤਾਂ ਦੇ ਦਾਸ,
ਉਹਨਾਂ ਦੀ ਵੀ ਸੇਵਾ ਕਰਨ ਲਈ ਤਿਆਰ ਹਾਂ। ਹਰ ਅਹਿਸਾਨ ਉਹਨਾਂ ਦਾ ਮੰਨਾਂਗਾ ਜੇ ਮੈਨੂੰ ਐਸੇ ਪਰਮੇਸ਼ਵਰ ਨਾਲ ਮਿਲਾ ਦੇਣ ਜਿਹਦੇ ਦਰਸ਼ਨਾਂ ਦੇ ਸਾਵੇਂ ਦੁਨੀਆ ਦੀ ਕੋਈ ਵਸਤੂ ਮਾਇਨੇ ਨਹੀਂ ਰੱਖਦੀ। ਕੋਈ ਹੋਰ ਰਸ ਉਹਦੇ ਦਰਸ਼ਨਾਂ ਦੇ ਤੁਲ ਟਿਕ ਨਹੀਂ ਸਕਦਾ। ਜਿਵੇਂ ਇੱਕ ਸ਼ਾਇਰ ਕਹਿੰਦਾ ਹੈ, ਬੜੇ ਮਸ਼ਹੂਰ डॉक्टर मोहम्मद इकबाल दे ए बोल ने, खुदा के बंदे तो है हजारों, वनों में फिरते हैं मारे मारे, मैं उसका बंदा बनूंगा जिसको खुदा के बंदों से प्यार होगा। बंदा फारसी विच गुलाम नूं कहिंदे ने। खुदा दे बंदे, मैं तेरा बंदा बन जावा, मैनू खुदा मिला दे, मैं तेरी सेवा करा, मैनू परमात्मा नाल मिला दे। जिवें बाणी चाहुंदा है ना, तन मन धन अर्पों तिसै, प्रभु मिलावै मोहे, नानक भ्रम भौ काटियै चूकै जम की जो हो। देखो महाराज, दीन दुनिया दे मालक कहंदे ने, तन भी वार दवां, धन भी वार दवां, मन भी वार दवां, जो मैनू परमात्मा नाल मिला दवे। की मिलेगा परमात्मा नाल मिल के? कहंदे जमां दी मार तो बचांगे, रोग सोग मिट जाणगे, मुक्ति मिल जावेगी। हुण तुसीं आखोगे भी परमात्मा मिल गया, ये तन मन कट के की मिलेगा, धन वार के की मिलेगा? परमात्मा दी प्राप्ति हो गई, जे शरीर ही वार दिता तो फिर आनंद किथे रहा? बाणी कहंदी है, सफल दर्शन गोबिंद हमारा। ये जीवन मिलिया ही गोबिंद दे अकाल पुरख दे दर्शनां नूं है। जदों दर्शन हो गए तो ये फिर किसी काम भी नहीं है। जदों जीवन ही सफला हो गया फिर शरीर किस काम रहा? सो इस गल का ख्याल रखियो। महाराज कहंदे ऐसे महात्मा मिलन जिहड़े गुरु परमेश्वर नाल मिलाउण, साडा जीवन सफला हो जावे। अगे गुरु रामदास पातशाह कहंदे ने, नानक हर होए दयाल, तां गुर पूरा मेलावे। देखो, परमात्मा दी दया दृष्टि होवे, तुहाडे ते किरपा कर दवे ते पूरा गुरु मिलदा है। गुरु नानक साहब मिलदे ने, परमात्मा दे सरगुण स्वरूप मिलदे ने, जोत रूप हर आप गुरु नानक कहायो मिलदे ने। जदों पूरे गुरु मिलणगे, कहंदे तां गुर पूरा मिलावे। पूरा गुरु ही अपने निर्गुण स्वरूप परमेश्वर नाल मिला सकदा है, पिर दे नाल मिला सकदा है, खसम दे नाल मिला सकदा है। करी कृपा दयाल बीठलै, सतगुर मुझ है बतायो। परमात्मा ने कृपा कीती, सतगुरु मिला दिता ते सतगुरां ने मैनू परमात्मा दा भेद समझा दिता। परमेश्वर तक मेरी पहुंच बन गई। ये गुरु दी कृपा दे नाल होया है। बाय द ग्रेस ऑफ द गुरु, गुरु दी बख्शिश होई, फिर ही मैनू परमात्मा हासिल होया है। 184 तरसदे फिरे, बिन गुर भेटे पीरै, हर जी सच्चा सच तू, सब किश तेरा चीरै। कई कह देंदे रब है नहीं है। गुरु ग्रंथ साहब कहंदे हर जी सच्चा है, सदीवी है, रहन वाला है और सब कुछ ओदे हुक्म विच है। ओदे हुक्म तो कुछ भी बाहर ही नहीं है। और ऐसा जेड़ा परमेश्वर है 84 लाख जूना विच जीव तरसदे ने उहदे दीदारे मिलन। मिलिया उन्हां नूं जिन्हां गुरु दी शरण ग्रहण कीती है। बिना गुरु दी बख्शिश तो परमात्मा नहीं जे मिलदा। सतगुर किरपा करन ते परमेश्वर मिलेगा। तिस आगै मैं जोदड़ी,
मेरा प्रीतम दे मिलाए, सतगुर पुरख दयाल प्रभ, हर मेले ढिल ना पाए। ਜਦੋਂ परमात्मा ਦੀ ਕਿਰਪਾ ਨਾਲ ਸਤਿਗੁਰੂ ਮਿਲੇ, ਸਤਿਗੁਰਾਂ ਅੱਗੇ ਮੈਂ ਜੋਦੜੀ ਕੀਤੀ, ਫਿਰ ਉਹਨਾਂ ਢਿੱਲ ਨਾ ਲਾਈ, ਮੈਨੂੰ परमात्मा ਮਿਲਾ ਦਿੱਤਾ। ਜਦੋਂ परमात्मा ਮਿਲ ਗਏ ਫਿਰ ਕੀ ਹੋਇਆ? ਪ੍ਰਾਨਪਤ ਦਇਆਲ ਪੁਰਖ ਪ੍ਰਭ ਸਖੇ, ਗਰਭ ਜੋਨ ਕਲ ਕਾਲ ਜਾਲ, ਦੁਖ ਬਿਨਾਸ਼ਨ ਹਰ ਰਖੇ। परमात्मा ਦੇ ਮਿਲਿਆ ਮੁਕਤੀ ਮਿਲੀ। ਗਰਭ ਜੋਨ ਵਿੱਚ ਨਹੀਂ ਆਉਣਾ ਪਵੇਗਾ, 9-10 ਮਹੀਨੇ ਮਾਈ ਦੇ ਪੇਟ ਵਿੱਚ ਪੁੱਠੇ ਨਹੀਂ ਲਟਕਣਾ ਪਵੇਗਾ, ਮੌਤ ਦਾ ਭੈ ਨਹੀਂ ਰਵੇਗਾ, ਕਾਲ ਦਾ ਜਾਲ ਕੱਟਿਆ ਜਾਵੇਗਾ। ਜਿੰਨਾ ਚਿਰ ਇਹ ਜੀਵਨ ਹੈ, ਜੀਵਨ ਕਾਲ ਦੁੱਖ ਨਹੀਂ ਸਤਾਉਣਗੇ। ਹਰੀ ਪਰਮੇਸ਼ਰ ਦੀ ਰੱਖਿਆ ਨਸੀਬ ਹੋ ਜਾਵੇਗੀ, ਤੇਰੇ ਸਿਰ ਤੇ ਉਹਦਾ ਹੱਥ ਰਵੇਗਾ। ਸੋ ਮਹਾਰਾਜ ਕਹਿੰਦੇ ਨੇ परमात्मा ਦੀ प्राप्ति ही मनुखे जामे दा मनोरथ है। और फिर परमेश्वर नूं गुरु नानक साहिब, गुरु ग्रंथ साहिब ही मिला सकते ने। अगे दीन दुनिया दे मालक गुरु रामदास पातशाह उपदेश करते ने, अंतर जोर हौमै तन माया, कूड़ी आवे जाए। जिन्हां नूं परमात्मा नहीं मिलिया, जिन्हां निरंकार नाल मोह नहीं कीता, संसार नाल मोह करदे ने, जिन्हां दे अंदर हौमे है, हंगता है, अहं है, मैं ते मेरा है, ये मेरा संसार, ये मेरा परिवार, ये मेरा घर-बार। जिन्हां दे अंदर हौमे ने जोर पाया है, जेड़ा जोर लफ्ज है फारसी दा लफ्ज है, आपां पंजाबी विच बड़ा वरतदे हैं भी मेरे च बड़ा जोर है, फलाने च बड़ा जोर है। बल तो भाव है, अजमत तो भाव है। साडे अंदर माया दा जोर है, हंगता दा जोर है। मैं करदा रहिंदा बंदा, मैं ये करता, मैं वो करता है। कहते हंगता दे जोर करके ये जिहड़ी पकड़ है संसार नाल, मेरा सब कुछ है, मेरे महल माड़ियां ने, मेरा रुतबा, मेरी जात, मेरी बुलंद हस्ती, मैं करके संसार नाल जुड़िया है। इस करके संसार ते ही रहिंदा है। जूना बदल जांदियां, कूड़ी आवे जाए। दुनिया ते आया, ममता हंगता विच फस गया, संसार नाल मोह पैदा हो गया, कर्म कमाए, मौत आ गई, कर्मगत भोगी, फिर जून मिल गई। इदां आवागमन विच बंदा पिया रहिंदा है। द फॉल्स वन कम्स एंड गो इन रीइनकारनेशन, वार वार जम्मण मरण विच वो बंदा पिया रहिंदा है। महाराज कहंदे ने ऐसी माया दी संसार दी पकड़ है। तुसी माया दा भाव समझदे हो, सौखी जी डेफिनेशन है, इन माया जगदीश गुसाई तुमरे चरण बिसारे, किंचत प्रीत न उपजै जन को, जन कहा कर है बेचारे। माया है जो तुहानू परमात्मा तो दूर कर दवे। परिवार भी हो सकता है, घर वाली भी हो सकती है, घर वाला भी हो सकता है, बच्चे भी हो सकते ने, कारोबार भी हो सकता है। संसार दी पकड़ निरंकार तो दूर ले जाती है। बस जो जो तुहाडे अते निरंकार दे दरम्यान कंध है ना, उन्होंने माया कहा गया है। वो पैसा भी हो सकता है, जिस करके परमात्मा की प्रीति पैदा नहीं हुंदी। जिस परमात्मा ने माया बख्शी है, परिवार बख्शिया, रुतबे बख्शे, उस परमात्मा नूं ही विसार दिता। ये माया है। हुण महाराज गुरु गोबिंद सिंह पातशाह दे हजूरी कवि भाई साहब भाई नंद लाल ने माया की ताकत नूं बयान करदियां ये गजल प्रगट की है। फारसी दे बोल ने लोलियाने,
सो खालम दिले राबूद, मैं कुनम अजदस्त आहा अलगयास। कहंदे ये चंचल ये चपल इस्त्री है माया, जगत दे जीवां दा दिल खो के लै गई है। इन्हें सब नूं ठग्या होया है, सब दे दिल कब्जे विच कीते होए ने। बड़े बड़े महात्मा तौबा करते ने, इस माया तो डरते ने, दुहाई दिंदे ने बच जाओ इस माया तो। कहंदे परमात्मा तो दूर ले जाती है। जिवें बाणी चाहुंदा ना, परमत परमत महा दुख पाया, तरी ना जाई दुतर। माया माया दे संसार नूं सागर नूं तरना बड़ा मुश्किल है। तुसी आखोगे माया बिना गुजारा नहीं, ठीक है, गुजारे लई दिती है परमात्मा ने माया, पर असी मंजिल बना लैने हैं। मंजिल परमात्मा सी, दुत्तर है इसनूं तरना, ये दुखां दा सागर है। तुसी आखोगे दुख किवें? वेखो जदों पैसा आउंदा है बड़ी खुशी है बंदे नूं, कोई भी सुख आया उन्हें दुख विच बदलना ही है। जदों माया हथों जाती है बंदा डिप्रैस्ड हो जाता है, आत्म हत्या तक कर लैंदा है। कोई दात प्राप्त होई खेड़े विच है बंदा, जदों दात हथों छुटदी है बंदा दुखी हुंदा है, चिंता विच है, चिंता चिखा बन जाती है। हर सुख ने दुख विच तब्दील होना ही होना है। सुख है कहो दुख अगला, मनमुख बूझ ना होए। कोई ऐसा सुख नहीं जिन्हें दुख नहीं बनना। सो ये दुखां दा सागर है। जितनी भी माया है, जितनी भी प्राप्ति है, महाराज कहंदे इनू तरना बड़ा औखा है। इहदे विच दुनिया फसी हुई है। दूजे भाए को ना मिलाए, फिर आवे जाए। कहंदे परमात्मा तो बिना दूसरी किसी भी हस्ती नाल जिहड़ा मोह है वह दुखदायक है, क्योंकि जिहदे नाल भी प्यार करोगे उन्हें छड्ड जाना है। जदों वो छड्ड के जांदा है फिर असीं दुखी हुन्ने आ। और जदों असीं द्वैश विच पै गए, संसार दा मोह कीता, संसार ते ही जून मिल जाती है। प्रीत लगी तिस सच स्यों मरै ना आवे जाए। जिन्हां दी प्रीति परमात्मा नाल लगी उही परमात्मा दे चरनां च अपेद होए, उन्हां दा ही जम्मण मरण कटिया गया। जिन्हां दी प्रीति संसार विच सी वो संसार ते जमदे मरदे रहिंदे ने, क्योंकि जिथे प्रीत होवे बंदा उत्थे ही जांदा है, उत्थे ही जून मिल जाती है। सो दीन दुनिया दे मालक गुरु रामदास ये कहंदे ने जी, इस कूड़ी माया ने पास ते रहना नहीं है, ये दुख बड़ा दिंदी है। इहदे कोलों सुचेत होके रहो। ये आवागमन विच पा दिंदी है, जम्मण मरण विच पा दिंदी है। अगे हुक्म करदे ने, सतगुर का फुरमाया मन ना सकी, दुतर तरिया ना जाए। माया नाल मोह करन वाले गुरु दे शब्द नाल मोह नहीं कर सके, क्योंकि मन दे भांडे विच जां ते परमात्मा दा मोह रवेगा जां संसार दा मोह रवेगा। साडा मन दा भांडा संसार दे मोह नाल लबालब भरिया है, निरंकार दे मोह लई जगह है नहीं है। सो मन दी मत पिछे चलण वाला सतगुरु दा फुरमान मन नहीं सकदा। जेड़े सतगुरु दा फुरमान नहीं मानते, बचन नहीं मानते, ये संसार जो दुस्तर है बड़ा कठिन है जिसदा तरना। महाराज कहंदे ने ओनू तर नहीं सकेगा। जिन्हों तर के लंघना औखा होवे ओनू दुत्तर कह दिंदे ने। बाणी चाहुंदा है, यह जग सागर दुत्तर क्यों तरिया, बिन हर गुर पार ना पाई। गुरु परमेश्वर तो बिना दुखां दा सागर तरिया नहीं जा सकता। कहंदे क्यों नहीं तर सकते? काची गागर देहे दुहेली उपजै बिन सह दुख पाई।
शरीर है कच्चे भांडे वर्गा, कच्चे घड़े वर्गा, कच्ची गागर वर्गा। ते कच्ची गागर किन्ना कुं चिर खैर मनावेंगी, पानी विच खुर जांदी है। ये संसार सागर दे दुख बंदे नूं तोड़ दिंदे ने, चिंता तुर करदे ने, डिप्रैस्ड करदे ने, खुरा खोज मिटा दिंदे ने। माया सर सबल वरतै जियो, क्यों कर दुत्र तरिया जाए। पुछो गुरु पातशाह किवें ये कच्ची गागर पार लंघ सकदी है संसार सागर चों। कहंदे राम नाम कर बोहिथा जियो, शब्द खेवट विच पाए। परमात्मा दा नाम है जहाज, गुरु है मला। कहंदे अपने इस कच्चे घड़े नूं नाम रूपी जहाज ते बिठा, गुरु नूं मला बनाउणा कर। शब्द खेवट विच पाए, हर आप लंघाए, इन विद दुत्र तरिए। जदों गुरु दा शब्द, गुरु दा बख्शिया नाम जदों जहाज बन गया, गुरु आप मलाह बन गया, कहंदे फिर संसार दे दुखां तो पार लंघ जावेगा। जदों कच्चा घड़ा किसे बेड़े विच टिका दिता जावे, वो पार लंघ जांदा है। गुरमुख भगत प्राप्त होवै, जीवत आयो मरिए। परमात्मा दे जेड़ा आसरे है, गुरु दे जेड़ा आसरे है, ओही संसार तो तर सकिया है। नहीं ते महाराज कहंदे संसार नाल मोह करन वाले संसार विच ही डुब जांदे ने। वो गुरु दा बचन नहीं कमाउंदे, बचन तो बिना दुखां तो पार नहीं लंघिया जा सकदा। अगे गुरु रामदास हुक्म करदे ने, नदर करे जिस अपनी, सो चलै सतगुर भाए। नदर अरबी दा लफ्ज है, निगाह नूं कहंदे ने। और जदों गुरु ग्रंथ साहिब विच नदर लफ्ज आउंदा है तां इहदा भाव हुंदा है किरपा दी दृष्टि, किरपा दी नदर, गुरु परमेश्वर दी कृपा हो जानी। कहंदे परमात्मा दी नदर होवे सुवली, परमात्मा दी होवे किरपा दृष्टि, ओही मन मत छड्ड के गुरु दे भाए विच चलदा है। भाए दा भाव है प्यार विच चलदा है, प्रेम विच बज के चलदा है, गुरु दे इरादे विच चलदा है, गुरु दी मर्जी विच चलेगा। जिवें बाणी चाहुंदा ना, नदर करे तां सतगुर मिलै, प्रणवत नानक भवजल तरै। अकाल पुरख दी किरपा नाल गुरु मिलदा है, गुरु दा बख्शिया नाम जहाज बनदा है, भवसागर तो दुखां तो पार लै जांदा है। भाव दुखां विच बंदा टुटदा नहीं है, संसार सागर तो भी तरेगा, रोगां सोगां तो तरेगा, 84 लाख जूना तो नजात पा लवेगा। एक इंग्लिश दा टीकाकार लिखदा है, कहंदा जेड़ा गुरु दी शरण पिया वो संसार सागर नूं तरिया। Guru's name carry us across this terrifying world ocean, बड़ा भयंकर सागर। छल्लां किहड़ियां ने इत्थे? दुखां दियां, बड़े बड़े दुखां दियां छल्लां विच डुब जांदे ने। गुरु ही पार लिजाण वाला है। हर हर नाम ध्याइयै, जिसनूं किरपा करे रजाए। जेड़ा गुरु दी शरण आके नाम ध्यावेगा, ओही पार संसार सागर तो जावेगा। तिनका जन्म सफल है, जो चल है सतगुर भाए। कुल उदार है अपना धन जनेंदी, माए फिर गुरु दे हुक्म विच चलण वाले आप ते मुक्त हुंदे ही ने, उन्हां दे परिवार भी मुक्त हो जांदे ने। उन्हां दा जेड़ा कुटुंब है वह भी दुनिया तो तर जाता है। देयर फैमिलीज आर सेव्ड एज वेल, परिवार नूं भी निजात मिल जाती है। सो अगे गुरु रामदास पातशाह फरमान करते ने, सतगुर का दर्शन सफल है, जो इच्छा सो फल पाए। देखो गुरु पातशाह दे जेड़े दीदारे ने, जो गुरां दा
ਦਰਸ਼ਨ ਕਰ ਲਵੇ ਉਹਦਾ ਜੀਵਨ ਸਫਲਾ, ਉਹਦੇ ਮਨ ਦੇ ਮਨੋਰਥ ਪੂਰੇ ਹੋ ਜਾਂਦੇ ਨੇ, ਜੋ ਵੀ ਇੱਛਾ ਹੋਵੇ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਦਰਸ਼ਨ ਤਿੰਨ ਪ੍ਰਕਾਰ ਦੇ ਨੇ। ਇੱਕ ਹੈ ਸ਼ਰਵਣ ਦਰਸ਼ਨ, ਕੰਨਾਂ ਨਾਲ ਗੁਰੂ ਦੇ ਸ਼ਬਦ ਨੂੰ ਸੁਣਨਾ, ਬੋਲ ਸੁਣ ਲੈਣੇ, ਇਹ ਵੀ ਜੀਵਨ ਸਫਲਾ ਕਰਦੇ ਨੇ। ਮਨ ਇਛਿਤ ਫਲ ਨਾਮ ਨੂੰ ਸੁਣ ਕੇ ਵੀ ਪ੍ਰਾਪਤ ਹੋ ਜਾਂਦਾ ਹੈ। ਦੂਸਰਾ ਹੈ ਚਿੱਤਰ ਦਰਸ਼ਨ, ਪ੍ਰੀਤਮ ਦੀ ਮੂਰਤੀ ਦਾ ਦੀਦਾਰ ਕਰਨਾ। ਚਿੱਤਰ ਦਰਸ਼ਨ ਵੀ ਹੋ ਜਾਣ ਤੇ ਨਜ਼ਾਤ ਮਿਲ ਜਾਂਦੀ ਹੈ। ਗੁਰ ਕੀ ਮੂਰਤ ਮਨ ਮਹਿ ਧਿਆਨ, ਇਹ ਗੱਲ ਠੀਕ ਹੈ। ਗੁਰੂ ਦੀ ਮੂਰਤੀ ਕੋਈ ਚਿੱਤਰਕਾਰ ਬਣਾ ਨਹੀਂ ਸਕਦਾ, ਕਿਉਂਕਿ ਗੁਰੂ ਪਰਮੇਸ਼ਵਰ ਦਾ ਸਰਗੁਣ ਸਰੂਪ ਹੈ। ਗੁਰ ਪਰਮੇਸ਼ਰ ਏਕੋ ਜਾਣ। ਹਾਂ, ਜੈਸਾ ਇਤਿਹਾਸ ਵਿੱਚ ਗੁਰਾਂ ਦਾ ਜੀਵਨ ਮਿਲਦਾ ਹੈ, ਚਿੱਤਰਕਾਰ ਭਾਵਨਾ ਦੇ ਸਹਿਤ ਉਸ ਜੀਵਨ ਨੂੰ ਯਾਦ ਕਰਕੇ ਇੱਕ ਚਿੱਤਰ ਘੜ ਦਿੰਦੇ ਨੇ। ਆਪਾਂ ਉਸ ਚਿੱਤਰ ਦਾ ਅਦਬ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਕਈ ਕਹਿ ਦਿੰਦੇ ਇਹ ਤੇ ਮੂਰਤੀ ਪੂਜਾ ਹੈ ਜੀ, ਘਰ ਵਿੱਚ ਫੋਟੋਆਂ ਬਾਹਰ ਕੱਢ ਕੇ ਸੁੱਟ ਦਿਓ ਗੁਰਾਂ ਦੀਆਂ। ਐਸਾ ਇਨਸਾਨ ਆਪਣੀ ਔਕਾਤ ਭੁੱਲ ਜਾਂਦਾ ਹੈ। ਜੇ ਇੰਨੀ ਮੁਸ਼ਕਲ ਹੈ, ਇੰਨੀ ਤੰਗੀ ਹੈ ਮੂਰਤਾਂ ਤੋਂ, ਤੇ ਆ ਜਿਹੜੀ ਬਾਪ ਦੀ, ਮਾਈ ਦੀ, ਦਾਦੇ ਦਾਦੀ ਦੀ ਫੋਟੋ ਟੰਗੀ ਹੈ, ਕੱਢ ਕੇ ਬਾਹਰ ਕਿਉਂ ਨਹੀਂ ਸੁੱਟਦਾ? ਜਦੋਂ ਸਾਡੇ ਬੱਚੇ ਪੁੱਛਣਗੇ ਵੀ ਗੁਰੂ ਨਾਨਕ ਸਾਹਿਬ ਦੀ ਰੂਪ ਰੇਖਾ ਕੀ ਸੀ, ਤਾਂ ਸਮਝ ਪਵੇਗੀ ਵੀ ਫਕੀਰੀ ਲਿਬਾਸ ਵਿੱਚ ਵਿਚਰਦੇ ਰਹੇ ਨੇ। ਸੋਨਾ ਦੀ ਮੂਰਤ ਫਕੀਰਾਂ ਵਰਗੀ ਬਣਾਈ ਹੁੰਦੀ ਹੈ ਉਹ ਫੋਟੋ ਜੋ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜੀਵਨ ਪੜ੍ਹੋਗੇ, ਤਨੁੱਖ ਤਾਰੀ, ਸੂਰਬੀਰ, ਖੁਦ ਖੁਦਾ ਨੂੰ ਯਾਦ ਕਰਨਾ ਹੈ। ਤੇ ਕਵੀ ਜਨ ਇਤਿਹਾਸ ਵਾਚ ਕੇ ਜਦੋਂ ਚਿੱਤਰਕਾਰ ਨੂੰ ਸੁਣਾ ਦੇਣ, ਚਿੱਤਰਕਾਰ ਫਿਰ ਉਹਦੇ ਅਕੋਰਡਿੰਗ ਮੂਰਤ ਘੜਦਾ ਹੈ। ਬਾਪੂ ਨੇ ਤਨੁੱਖ ਤਾਰਿਆ ਹੈ, ਕਲਗੀਧਰ ਨੇ। ਬੱਚਿਆਂ ਨੂੰ ਸਮਝ ਆਵੇਗੀ ਚਿੱਤਰ ਵੇਖ ਕੇ, ਜੀ ਮਹਾਰਾਜ ਵੀਰ ਰਸੀ ਸਨ, ਮੀਰੀ ਪੀਰੀ ਨੂੰ ਇਕੱਠਿਆਂ ਲੈ ਕੇ ਚੱਲਦੇ ਸਨ। ਗੁਰੂ ਹਰਕ੍ਰਿਸ਼ਨ ਮਹਾਰਾਜ 8 ਸਾਲਾਂ ਦੇ ਨੇ, ਫਿਰ ਉਹਨਾਂ ਦੀ ਜਿਹੜੀ ਮੂਰਤ ਹੈ ਉਹ ਬਣਾਈ ਗਈ ਹੈ ਬਾਲਪਨ ਦੇ ਵਿੱਚ। ਸੋ ਇਹ ਜਿਹੜੀਆਂ ਫੋਟੋਆਂ ਨੇ, ਇਹਨਾਂ ਤੋਂ ਸਾਨੂੰ ਇੱਕ ਯਾਦ ਪ੍ਰਗਟ ਹੁੰਦੀ ਹੈ ਗੁਰਾਂ ਦੀ। ਹੋਰ ਕੋਈ ਅਸੀਂ ਫੋਟੋਆਂ ਦੀ ਪੂਜਾ ਨਹੀਂ ਕਰਦੇ, ਅਸੀਂ ਸ਼ਬਦ ਦੇ ਉਪਾਸ਼ਕ ਹਾਂ। ਸੋ ਮੂਰਤਾਂ ਦੀ, ਫੋਟੋਆਂ ਦੀ ਤੋਹੀਨ ਕਰਨੀ ਵੀ ਗੁਨਾਹ ਹੈ। ਸਾਫ਼ ਬਾਣੀ ਵਿੱਚ ਲਿਖਿਆ ਹੈ, ਮੈਂ ਫਿਰ ਪੜ੍ਹ ਦਵਾਂ, ਗੁਰ ਕੀ ਮੂਰਤ ਮਨ ਮਹਿ ਧਿਆਨ। ਗੁਰੂ ਦੀ ਮੂਰਤ ਦਾ ਅੰਦਾਜ਼ਾ ਲਾ ਕੇ ਧਿਆਨ ਧਾਰਨਾ, ਇਹ ਵੀ ਸਫਲਾ ਹੈ। ਇਹਨੂੰ ਕਹਿੰਦੇ ਨੇ ਚਿੱਤਰ ਦਰਸ਼ਨ। ਤੀਸਰਾ ਹੈ ਸੁਵਪਨ ਦਰਸ਼ਨ। ਜਦੋਂ ਸਾਰਾ ਦਿਨ ਇਤਿਹਾਸ ਪੜ੍ਹੀ ਗਏ, ਬਾਣੀ ਪੜ੍ਹੀ ਗਏ, ਤੇ ਸੁਪਨੇ ਵਿੱਚ ਫਿਰ ਜੈਸਾ ਇਤਿਹਾਸ ਵਿੱਚ ਵਾਚਿਆ ਗੁਰਾਂ ਨੂੰ, ਗੁਰੂ ਦੇ ਦਰਸ਼ਨ ਹੋ ਜਾਂਦੇ ਨੇ। ਜਿਵੇਂ ਆਪਾਂ ਸਾਰੀ ਦਿਹਾੜੀ ਪੈਸੇ ਗਿਣਦੇ ਰਹੀਏ ਤੇ ਸੁਪਨਾ ਵੀ ਨੋਟਾਂ ਦਾ ਆਉਂਦਾ, ਪੈਸੇ ਦਾ ਆਉਂਦਾ। ਕਾਮੀ ਬੰਦਾ ਇਸਤਰੀ ਬਾਰੇ ਸੋਚੀ ਜਾਵੇ, ਸੁਪਨਾ ਵੀ ਮਾਈ ਦਾ ਆਇਆ। ਕਾਮੀ ਔਰਤ ਗੈਰ ਮਰਦਾਂ ਬਾਰੇ ਸੋਚੇ, ਸੁਪਨਾ ਵੀ ਕਾਮੁਕ ਮਰਦਾਂ ਦਾ ਆਇਆ। ਜੈਸੀ ਸੋਚ ਹੈ ਵੈਸਾ ਸੁਪਨ ਪ੍ਰਗਟ ਹੋ ਜਾਂਦਾ ਹੈ। ਚੌਥਾ ਹੈ ਪ੍ਰਤੱਖ ਦਰਸ਼ਨ, ਅੱਖਾਂ ਨਾਲ ਸਾਹਮਣੇ ਸਥੂਲ ਸਰੀਰ ਵੇਖਣਾ। ਸੋ ਗੁਰਾਂ ਦਾ ਦਰਸ਼ਨ ਕਿਸੇ ਤਰ੍ਹਾਂ ਵੀ ਕਰ ਲਓ, ਸਫਲਾ ਹੈ। ਸਾਫ ਫਲ ਦੇ ਹੈ, ਸਹਿਤ ਫਲ ਦੇ ਹੈ, ਮਨ ਇੱਛਿਤ ਫਲ ਮਿਲ ਜਾਂਦੇ ਨੇ। ਜੈਸੀ ਖੁਆਹਿਸ਼ ਹੈ, ਜੈਸੀ ਲੋੜ ਹੈ, ਗੁਰੂ ਦੇ ਦਰਸ਼ਨ ਕਰਕੇ ਪੂਰਤੀ ਮਿਲ ਜਾਂਦੀ ਹੈ। ਹਰ ਫਲ ਪ੍ਰਾਪਤ ਹੋਵੇਗਾ ਜੇ ਗੁਰੂ ਦੇ ਦਰਸ਼ਨ ਕਰੇਗਾ। ਕਹੋ ਨਾਨਕ ਹਰ ਆਪ ਮਿਲਾਏ, ਮਿਲ ਸਤਿਗੁਰ ਪੁਰਖ ਸੁਖ ਹੋਈ। ਗੁਰੂ ਦੇ ਦਰਸ਼ਨ ਕਰਕੇ ਸਦਾ ਹੀ ਸੁਖ ਹੈ। ਗੁਰ ਜੇਵੜ ਦਾਤਾ ਮੈਂ ਅਵਰ ਨਾ ਕੋਈ। ਗੁਰੂ ਨਾਲੋਂ ਵੱਡਾ ਕੋਈ ਦਾਤਾ ਨਹੀਂ ਹੈ ਦੁਨੀਆ ਤੇ। ਗੁਰੂ ਇਸ ਦਾ ਗਿਵਰ, ਕੋਈ ਗੁਰੂ ਤੋਂ ਵੱਧ ਕੇ ਦਾਤਾ ਨਹੀਂ ਦੇ ਸਕਦਾ। ਗੁਰ ਚਰਣੀ ਲਾਗੀ ਸਹਿਜ ਜਾਗੀ, ਸਗਲ ਇੱਛਾ ਪੁੰਨੀਆਂ। ਕਹਿੰਦੇ ਜਿਹੜਾ ਗੁਰੂ ਦੇ ਚਰਨੀ ਲੱਗਿਆ, ਉਹਦੀਆਂ ਸਰਬ ਇੱਛਾਵਾਂ ਦੀ ਪੂਰਤੀ ਹੋ ਜਾਂਦੀ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪਿੰਡ ਰਮਦਾਸ ਨੇ, ਜਿੱਥੇ ਬਾਬਾ ਬੁੱਢਾ ਜੀ ਪਰਲੋਕ ਸਿਧਾਰ ਗਏ।
श्री गुरु हरगोबिंद साहिब जी ने हथी अंतिम संस्कार की सारी क्रिया आप करवाई। अखंड पाठ साहिब दे भोग पाए गए। कदे गुरप्रताप सूरज ग्रंथ पढ़ियो, उथे जिक्र मिलेगा पाठ ग्रंथ को सब करवायो। श्री गुरुदास पढ़ियो मन लायो, भोग पवाए ग्रंथ को जबै, पग भाने को दी गुर तबै। कई कह दिंदे ले बंदा ते मर गया, पाठ करवाउण नाल की होवेगा। बंदा ही मरिया है, जीव आत्मा नहीं मरी। ਉਹਦੇ ਕੀਤੇ ਕਰਮਾਂ ਦੀ ਉਹਨੂੰ ਸਜ਼ਾ ਨਾ ਮਿਲੇ, ਪਾਠ ਇਸ ਲਈ ਕਰਵਾਈਦਾ ਹੈ ਜੀਵ ਆਤਮਾ ਦਾ ਉਧਾਰ ਹੋਵੇ। ਪੁੱਛੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਪਾਠ ਕਰਨਾ ਚਾਹੀਦਾ ਹੈ ਕਿ ਨਹੀਂ? ਖਿਨ ਪਲ ਰਹਿ ਨਾ ਸਕੋ ਬਿਨ ਨਾਵੈ, ਗੁਰਮੁਖ ਹਰ ਹਰ ਪਾਠ ਪੜ੍ਹਈਆ। ਗੁਰਮੁਖ ਤੇ ਪਲ ਨਹੀਂ ਕੱਢਦੇ, ਸਦਾ ਹੀ ਪਾਠ ਕਰਦੇ ਨੇ। ਹਰ ਮੁਖ ਪਾਠ ਪੜ੍ਹੈ ਵਿਚਾਰ, ਚੀਨੈ ਤਤ ਗਗਨ ਦਸ ਦੁਆਰ। पाठ पढ़न वाला दसम द्वारी हो निबड़दा है। पाठ करवाया गया, भोग पाया गया। बाबा बुढ़ा जी दे फरजंद भाई भाने नूं दस्तार बंदी की गई। महाराज ने दस्तार बख्शी है। हुण एक दिन महाराज ने दीवान सजाया होया सी। एक माई दरबार विच आके तरला लैंदी है, सुनो गुरु हम बसते पट्टी, देसा नाम जात की जटी। कुल सिद्धू मह मो कहो बेहाही, सुन जस बहो आई तुम पाही। महाराज मैं राहक परिवार तो, जट परिवार तो बिलोंग करदी हां। सिद्धूआं दे घर विआही होई हां, पट्टी दी रहण वाली हां। और मेरी एक इच्छा है, मैं दर दर ते भटकी, मेरी कुख नहीं हरी हुई। बुढ़ेपा आ गया है। कहंदे ने सुके रुख नूं फल नहीं लगदा, पर ऐ गुरु हरगोबिंद साहिब आसावंतन की नित आसा पुरवत हो रावर परवासा। तुसीं सुकियां रुखां नूं भी फल ला दिंदे हो, तुसीं आसा दी पूर्ति करदे हो। पुत्र नाही उपजत है मेरे, हारी कर उपचार कनेरे। पुत्र नहीं पैदा हो रहा, अब समीप तुमरे चल आई। देहो सुत मोह कहो लख शरनाई। मैनू शरण आया जान के बापू बख्शिश कर, मैनू पुत्र मिल जावे। बाणी च की आउंदा है, जा मिलिया पूरा सतगुरु अमाली, तां आसा मनसा सब पूरे। जिन्हां नूं पूरा सतगुरु मिल जावे उन्हां दी हर आसा पूरी हो जाती है। योर ऑल डिजायर्स विल बी फुलफिल्ड। गुरु मिल जावे सब इच्छा पूरियां। गुरु हरगोबिंद साहिब ने मस्तक वाल वेख्या ते गलूए चों बोल कढे, माई तेरे कर्मां विच काका है नहीं। जेहा कीतुन तेहा होआ, जेहे कर्म कमाए। प्रालब्ध तेरी कुछ ऐसी है, कर्म कुछ ऐसे ने, जो बीजिया उही पावेंगी। तेरी कर्मगत विच पुत्र नहीं है। माता वैराग विच आई, मत्था टेक के वापस तुर पई। भाई गुरदास जी ने माई नूं उदास तुरे जांदे तक्या ते माई देसा नूं कहंदे, माई उदास क्यों है? अपना दुख बयान कीता। महापुरुष नूं तरस आ गया। साधु दा कर्म है द्रवित होके विद समझा देनी भी किवें गुरु नूं खुश करना है। किन विद कुशल होत मेरे भाई। पुछो साधुआं नूं किवें खुशी मिले। इन बिद कुशल तेरा मेरे मीता। फिर वो साधु समझा दिंदे ने भी भाई इस प्रकार नाल गुरु खुश हुंदा है। हिरदै नाम विचो आप गवाए, सतगुर सेवे सो फल पाए। मैं ते मेरा छड्ड के गुरु दी शरण जाओ, सब इच्छा पूरियां होणगियां। सारी बिद समझाई। उसे तरह ही माई देसा ने कीता। सवेरे गुरु हरगोबिंद साहब
बस्तर शस्त्र धार के शिकार खेडण लई चले ने। तुसीं शिकार खेडदे हो जुबान दे चस्के लई, गुरु शिकार पता कादे लई खेडदा है? सतगुर चरण जिन परसिया से पस प्रेत सुर नर, भय गुरु मुक्ति दाता है। कजा 84 ਲੱਖ जूना भोग के मनुखा जामा मिलना सी, शुभ कर्म करके मुक्ति मिलनी सी। जदों गुरु दा हस्त तीर ते टिक गया, तीर चलिया, शेर दा वध होवे ते शेर नूं निजात, मृग दा वध होवे मृग नूं निजात। गुरु मुक्ति दा दाता है। माई देसां भाई गुरदास जी दे दसे अनुसार राह च उडीकदी है। अगे हो गई हथ जोड़ ले गरीब निवाज, किरपालू हो दयालू हो, तुहाडे दर ते आई हां, मैनू पुत्र दी दात बख्शो। तुसी समर्थ हो महिमा कही ना जाए, गुर समर्थ देव, गुरपार ब्रह्म परमेश्वर अपरंपर अलख अभेव। किरपा कर दिओ मेरे ते, तुसी जो चाहे कर सकदे हो। माय गुरु इज ऑल पावरफुल। माई ने बेनती की। महाराज फिर मुस्कुराए। माई तैनू कल भी कहा सी तेरे कर्मां विच काका है नहीं है। फिर जिद्दां भाई गुरदास ने समझाया सी, माई ने उसे तरह कीता। कर्म है लिए कलम रुशनाई, भनी बिनय सो कर अगवाई। हथ विच कलम फड़ी सी ते कागज फड़िया सी, बापू दे अगे कर दिती। इत उत लिखन हार हो रावर, जे ना लिखै इम से नर बावर। जे ना लख है इम से नर बावर। महाराज उथे निर्गुण स्वरूप भी तुहाडा, खुदा भी तुसी हो, लिखण वाले तुसी हो। इथे सरगुण स्वरूप होके आए हो, इथे भी लिखण वाले तुसी हो। जिहड़ा ये गल ना समझे भी गुरु परमेश्वर है, परम ईश्वर है, वह बावरा है, कमला है। बाणी चाहता ना, 20 बिसुए जा मन ठहराने, गुर पार ब्रह्म एक ही जानै। जिन्होंने ऐन तसली है वह जानते ने गुरु परमेश्वर एक ने। ऐ महाराज तह नह लिखियो आपने जेई, किरपा धार अब लिख देहो सेई। जे उथे नहीं लिखिया तुसी मेरे कर्मां विच ते इथे लिख दिओ। बापू खुश होए, बिकसे प्रभु जुगत को जाना, होए सुत तेरे बाक बखाना। खेड़े विच आए भी इनू किसे साधु ने जुगती दस दिती है, गुरु किवें खुश करना है। भावना वेख के खुश होए, कहंदे माई तेरे काका होवेगा, लिया इधर कागज ते कलम। बापू कागज दे उत्ते जदों लिखण लगे ने, कहंदे घोड़ा चंचल सी अगाह वध गया, पौना एका साता पै जांदा है। कवि संतोख सिंह लिखदे ने, करन एकांग चहियो कर हाला, साता लिखियो गयो तिस काला। महाराज कहंदे माई एक पुत्र दी दात देनी सी, देव ने तो वेख मैं रीझिया हां, एके दा साता बन गया। एक सुत हेत गही शरनाई, अंक सपत को भाबर आई। आब घर जाहो सपत सुत पावै है, भई आस पूरी जित आवै है। जा घर नूं जा, तैनू 7 पुत्र गुरु नानक दे घरों असीं बख्श दिते ने। माई घर गई, समा आया, 7 पुत्रां दी दात हासिल होई। ये मेरे गुरु दी अजमत है। इत्थे सुक्कियां रुखां नूं फल लगदे ने। बाणी नूं पुछो जी ये साखी सच है? कहंदे सतगुर का दर्शन सफल है, जेहा को इच्छा तेहा फल पाए। गुर का शब्द अमृत है, सब तृष्णा भुख गवाए। गुरु बख्शिश करदा है, मन इच्छित फल बख्शदा है। इन्नी किरपा कर दिंदा बंदिया, तेरा मंगना ही मुका देवेगा, संतोख बख्श दिंदा है। सो महाराज कहंदे सभे इच्छा गुरु पूरियां करदा है। जिन्नी सतगुर मन्निया हौं तिनके लागों पाए। जिन्ना गुरमुख जना ने मंजूर कीती गुरु दी सिक्ख्या, गुरु नूं पूज्य रूप मन्निया है, मनन कीता, मैं उन्हां दे चरण पकड़ लवां। क्यों पकड़ा जी? मेरा जीवन सफला होवे। जिन गुर का भाणा मन्निया तिन घुम घुम जाए, मैं उन्हां तों आपा वार दवां। जिन गुरमुख प्यारा सेविया तिन कौ घुम जाया,
ओए आप छुटे परिवार स्यों सब जगत छुड़ाया। क्योंकि संत साधु गुरमुख आप मुक्त ने, जगत नूं भी मुक्ति दवा सकते ने। मैं इस करके उन्हां दे चरण पकड़दा हां। नानक ताका दास है, जे अन दिन रहै लिव लाए। ऐसे गुरमुख जन जेड़े तेल दी धारवत एक रस परमात्मा दे चरनां विच लिव लाई रखते ने, दिन रात जेड़े नाम जपदे ने, मैं उन्हां दे चरनी लग जावां, मैं उन्हां दा दास बन के सेवा करां, ओ मेरे ते खुश होण, मैनू गुरु परमेश्वर नाल मिला के मुक्ति दवा देण। जिस सतगुर मेले सो मिलै, सच्चे शब्द समाए, सच्चा रंग ना उतरै, जो सच रते लिव लाए। अन दिन भगत करे सदा, सच्चे की लिव लाए। नाम पदार्थ मन वसिया, नानक सहज समाए। दासन दास होए कै, जिन जिन्नी विचों आप गवाया। उना खसमे कै दर मुख उजले, सच्चै शब्द सुहाया। मैं दासां दा दास होवां, जिन्हां सच्चे नाल चित लाया। वो खसम दे दर ते उज्जल मुख ने, मेरे ते भी किरपा करके मेरा जीवन शोभनीक करनगे, और मेरा भी मुख परमात्मा दे दर ते उज्जल हो जावेगा। तां गुरमुखां दे चरण पकड़ी दे ने दास बणीदा है। आप मुक्त मुक्त करे संसार, नानक तिस जन को सदा नमस्कार। दास इथे वाणी नूं विश्राम दिंदा है। गज वज के फतेह बुलाओ जी। वाहिगुरू जी का खालसा, वाहिगुरू जी की फतेह।